English Master. Welcome you all in this session. Today we are going to discuss about the paper pattern of English class 10th. ਤਾਂ ਬੇਸਿਕਲੀ ਸਟੂਡੈਂਟਸ ਅਗਰ ਦੇਖਿਆ ਜਾਵੇ ਤਾਂ ਜੋ ਤੁਹਾਡਾ ਇੰਗਲਿਸ਼ ਦਾ ਪੇਪਰ ਟੋਟਲ 100 ਮਾਰਕਸ ਦਾ ਹੋਵੇਗਾ। ਇਸ 100 ਮਾਰਕਸ ਦੇ ਵਿੱਚ ਤੁਹਾਡਾ 20 ਮਾਰਕਸ ਜਿਹੜੇ ਕਿ ਪ੍ਰੈਕਟੀਕਲ ਦੇ ਹੋਣਗੇ ਅਤੇ 80 ਮਾਰਕਸ ਤੁਹਾਡੇ ਥਿਊਰੀ ਦੇ ਹੋਣਗੇ। ਠੀਕ ਹੈ ਜੀ। ਤਾਂ ਅਸੀਂ ਥਿਊਰੀ ਦੇ ਪੇਪਰ ਪੈਟਰਨ ਦੀ ਅੱਜ ਗੱਲ ਕਰਾਂਗੇ, ਪਰ ਇਸ ਤੋਂ ਪਹਿਲਾਂ ਇੱਕ ਜਸਟ ਆਊਟਲਾਈਨ ਤੁਹਾਨੂੰ ਤੁਹਾਡੇ ਜੋ ਕਿ 20 ਮਾਰਕਸ ਦੇ ਪ੍ਰੈਕਟੀਕਲ ਬਾਰੇ ਮੈਂ ਜ਼ਰੂਰ ਦੱਸਣਾ ਹੀ ਚਾਹਣਾਗਾ। ਤਾਂ ਪ੍ਰੈਕਟੀਕਲ ਦੇ ਪੇਪਰ ਦੇ ਵਿੱਚ ਤੁਹਾਨੂੰ ਜੋ ਕਿ 2 ਟਾਈਪਸ ਦੇ ਬੇਟਾ ਕੁਐਸਚਨਿੰਗ ਹੋਵੇਗੀ। ਫਸਟ ਤੁਹਾਡਾ ਲਿਸਨਿੰਗ ਨਾਲ ਰਿਲੇਟਡ ਹੋਵੇਗਾ ਤੇ ਸੈਕੰਡ ਤੁਹਾਡਾ ਸਪੀਕਿੰਗ ਦੇ ਨਾਲ। ਲਿਸਨਿੰਗ ਦੇ ਤੁਹਾਡੇ 10 ਮਾਰਕਸ ਹੋਣਗੇ ਤੇ ਸਪੀਕਿੰਗ ਦੇ ਤੁਹਾਡੇ 8 ਮਾਰਕਸ ਹੋਣਗੇ। ਤਾਂ ਟੋਟਲ 18 ਮਾਰਕਸ ਹੋ ਜਾਣਗੇ ਤੇ ਬਾਕੀ ਜੋ 2 ਮਾਰਕਸ ਤੁਹਾਡੇ ਬਚਦੇ ਨੇ ਉਹ ਤੁਹਾਡੇ ਹੋਣਗੇ ਬੁੱਕ ਬੈਂਕ ਦੇ। ਠੀਕ ਹੈ ਜੀ ਬੱਚਿਓ। ਤਾਂ ਇਸ ਤਰ੍ਹਾਂ ਟੋਟਲ ਤੁਹਾਡਾ 20 ਨੰਬਰ ਦਾ ਪ੍ਰੈਕਟੀਕਲ 20 ਮਾਰਕਸ ਦਾ ਪ੍ਰੈਕਟੀਕਲ ਹੋ ਜਾਵੇਗਾ। ਇਹ ਤੁਹਾਡੀ ਅਸੈਸਮੈਂਟ ਇੰਟਰਨਲ ਅਸੈਸਮੈਂਟ ਹੁੰਦੀ ਹੈ ਇਹ ਤੁਹਾਡੀ, ਜੋ ਕਿ ਤੁਹਾਡੇ ਸਕੂਲ ਦੇ ਵੱਲੋਂ ਤੁਹਾਡਾ ਪ੍ਰੈਕਟੀਕਲ ਕੰਡਕਟ ਕਰਨ ਤੋਂ ਬਾਅਦ ਲਗਾਈ ਜਾਵੇਗੀ। ਹੁਣ ਅਸੀਂ ਅੱਗੇ ਵਧਦੇ ਹਾਂ ਜੀ। ਸਾਡੇ 80 ਮਾਰਕਸ ਦਾ ਜੋ ਮੇਨ ਥਿਊਰੀ ਦਾ ਪੇਪਰ ਹੈ ਉਹਦੇ ਬਾਰੇ ਗੱਲ ਕਰਨ ਜਾ ਰਹੇ ਹਾਂ। ਤਾਂ ਕੀ ਕੁਝ ਇਨਕਲੂਡ ਹੁੰਦਾ ਹੈ? ਸਭ ਤੋਂ ਪਹਿਲਾਂ ਜੋ ਤੁਹਾਡੀ ਟਾਈਮਿੰਗ ਹੈ ਪੇਪਰ ਦੀ, ਉਹ ਰਿਟਨ ਪੇਪਰ ਦੀ ਲਿਖਤੀ ਪੇਪਰ ਦੀ ਤੁਹਾਡੀ 3 ਆਵਰਸ ਦੀ ਹੋਵੇਗੀ, 3 ਘੰਟਿਆਂ ਦੀ ਹੋਵੇਗੀ, ਜੋ ਕਿ ਇਨਫ ਹੁੰਦੀ ਹੈ ਅਗਰ ਤੁਸੀਂ ਤਿਆਰੀ ਅੱਛੇ ਢੰਗ ਨਾਲ ਕੀਤੀ ਹੋਈ ਹੈ। ਤਾਂ ਵੱਧਦੇ ਆ ਜੀ ਅੱਗੇ। ਸੈਕਸ਼ਨ ਏ ਤੁਹਾਡਾ ਜੋ ਕਿ ਰੀਡਿੰਗ ਸਕਿੱਲਸ ਦਾ ਹੁੰਦਾ ਹੈ, 10 ਮਾਰਕਸ ਟੋਟਲ ਸੈਕਸ਼ਨ ਏ ਦੇ ਵਿੱਚ ਹੋਣਗੇ। ਇਸ ਦੇ ਵਿੱਚ ਤੁਹਾਨੂੰ 2 ਅਨਸੀਨ ਕੰਪਰੀਹੈਂਸ਼ਨਸ ਦਿੱਤੇ ਹੋਣਗੇ। ਠੀਕ ਹੈ ਜੀ। 2 ਅਨਸੀਨ ਕੰਪਰੀਹੈਂਸ਼ਨ ਦਿੱਤੇ ਹੋਣਗੇ। ਇੱਕ ਕੰਪਰੀਹੈਂਸ਼ਨ 5 ਮਾਰਕਸ ਦਾ ਹੋਵੇਗਾ। ਤਾਂ ਦੋਨੇ ਟੋਟਲ ਕੁੱਲ ਮਿਲਾ ਕੇ 10 ਮਾਰਕਸ ਦੇ ਹੋ ਜਾਣਗੇ। ਤਾਂ ਅਗਰ ਇਹਦੀ ਗੱਲ ਕਰੀਏ ਤਾਂ ਇਹਦੇ ਵਿੱਚ ਤੁਹਾਨੂੰ MCQs, ਠੀਕ ਹੈ ਜੀ, ਮਲਟੀਪਲ ਚੁਆਇਸ ਕੁਐਸਚਨ ਵੇਖਣ ਨੂੰ ਮਿਲਣਗੇ। 5 ਕੁਐਸਚਨ ਜੋ ਕਿ ਤੁਹਾਡੇ ਫਸਟ ਅਨਸੀਨ ਪੈਸੇਜ ਦੇ ਵਿੱਚ ਹੋਣਗੇ ਅਤੇ 5 ਹੀ ਤੁਹਾਡੇ ਸੈਕੰਡ ਅਨਸੀਨ ਪੈਸੇਜ ਦੇ ਵਿੱਚ ਹੋਣਗੇ। ਫਰਕ ਇਹ ਹੈ ਜੀ, ਜੋ ਫਸਟ ਪੈਸੇਜ ਹੋਊਗਾ ਤੁਹਾਡਾ ਪ੍ਰੋਜ਼ ਦੀ ਫਾਰਮ ਦੇ ਵਿੱਚ ਹੋਊਗਾ। ਠੀਕ ਹੈ ਜੀ। ਫਸਟ ਪੈਸੇਜ ਜੋ 5 ਕੁਐਸਚਨ ਦਾ ਹੋਵੇ ਤੁਹਾਡਾ ਪ੍ਰੋਜ਼ ਦੀ ਫਾਰਮ ਦੇ ਵਿੱਚ ਹੋਊਗਾ, ਪੈਰੇ ਦੀ ਫਾਰਮ ਦੇ ਵਿੱਚ ਹੋਊਗਾ। ਤੁਸੀਂ ਇਹਦੇ ਵਿੱਚੋਂ ਸਹੀ ਜੋ ਕਿ ਆਪਸ਼ਨ, ਤੁਸੀਂ 4 ਆਪਸ਼ਨ ਦੇ ਵਿੱਚੋਂ ਇੱਕ ਸਹੀ ਟਿਕ ਕਰਨਾ ਹੋਵੇਗਾ। ਨੈਕਸਟ ਪੈਰੇ ਦੀ ਗੱਲ ਅਸੀਂ ਕਰੀਏ ਤਾਂ ਜੋ ਨੈਕਸਟ ਪੈਸੇਜ ਹੈ ਤੁਹਾਡਾ 5 ਮਾਰਕਸ ਦਾ, ਉਹ ਤੁਹਾਡਾ ਹੋਵੇਗਾ ਪੋਸਟਰ ਦੀ ਫਾਰਮ ਦੇ ਵਿੱਚ। ਠੀਕ ਹੈ ਜੀ। ਇੱਕ ਪੋਸਟਰ ਦੀ ਫਾਰਮ 'ਚ ਇੱਕ ਪਿਕਚਰ ਬਣੀ ਹੋਊਗੀ, ਠੀਕ ਹੈ, ਇਸ ਤਰ੍ਹਾਂ ਦਾ। ਤਾਂ ਇਹਦੇ ਅੱਗੇ ਤੁਹਾਨੂੰ ਇਸ ਪਿਕਚਰ ਦੇ ਵਿੱਚੋਂ ਅੱਗੇ 5 ਕੁਐਸਚਨ ਜਿਹੜੇ ਕਿ ਪੁੱਟ ਕੀਤੇ ਜਾਣਗੇ। ਇਹ ਵਾਲੇ 5 ਕੁਐਸਚਨਸ ਨੇਗੇ, ਤੁਹਾਨੂੰ ਇਹ ਪੁੱਛੇ ਜਾਣਗੇ। ਤਾਂ ਤੁਸੀਂ ਇਸੇ ਤਰ੍ਹਾਂ ਹੀ ਅੱਗੇ 4 ਜਿਹੜੇ ਕਿ ਆਪਸ਼ਨਸ ਇਹਨਾਂ ਦੇ ਅੱਗੇ ਦਿੱਤੇ ਹੋਣਗੇ। ਹਰ ਇੱਕ ਕੁਐਸਚਨ ਦੇ ਅੱਗੇ ਤਾਂ ਤੁਹਾਨੂੰ ਕੋਈ ਇੱਕ ਐਪਰੋਪਰੀਏਟ ਜਿਹੜਾ ਆਪਸ਼ਨ ਇਹਦੇ ਵਿੱਚੋਂ ਚੂਜ਼ ਕਰਨਾ ਹੋਊਗਾ, ਭਾਵ ਜਿਹੜੇ 5 ਕੁਐਸਚਨ ਹੋਣਗੇ MCQs ਹੀ ਹੋਣਗੇ। ਠੀਕ ਹੈ ਜੀ। ਤਾਂ ਦੋਨੇ ਜੋ ਅਨਸੀਨ ਕੰਪਰੀਹੈਂਸ਼ਨਸ ਨੇ ਉਹ ਤੁਹਾਨੂੰ 10 ਮਾਰਕਸ ਦੇ ਹੋ ਜਾਣਗੇ। ਇਹ ਅਨਸੀਨ ਕੰਪਰੀਹੈਂਸ਼ਨ ਤੁਹਾਨੂੰ ਤੁਹਾਡੀ ਬੁੱਕ ਦੇ ਵਿੱਚੋਂ ਪਾ ਵੀ ਸਕਦੇ ਨੇ, ਨਹੀਂ ਵੀ ਪਾ ਸਕਦੇ ਨੇਗੇ। ਇਹ ਤੁਹਾਡੇ ਜੋ ਐਗਜ਼ਾਮੀਨਰ ਦੇ ਉੱਪਰ, ਜੋ ਪੇਪਰ ਸੈਟਰ ਹੋਊਗਾ ਉਹਦੇ ਉੱਪਰ ਡਿਪੈਂਡ ਕਰਦਾ ਹੈ। ਨੈਕਸਟ ਅਸੀਂ ਅੱਗੇ ਮੂਵ ਕਰਦੇ ਹਾਂ ਜੀ। ਤਾਂ ਹੁਣ ਅਸੀਂ ਅੱਗੇ ਪਹੁੰਚ ਚੁੱਕੇ ਹਾਂ ਸਾਡੇ ਸੈਕਸ਼ਨ B ਦੇ ਉੱਪਰ। ਹੁਣ ਇਹਦੇ ਵਿੱਚ ਓਬਜੈਕਟਿਵ ਟਾਈਪ ਕੁਐਸਚਨਸ ਹੋਣਗੇ ਸਾਰੇ 10 ਮਾਰਕਸ ਦੇ। 10 ਮਾਰਕਸ ਜੇ ਕਿ ਹੋਣਗੇ ਓਬਜੈਕਟਿਵ ਟਾਈਪ ਕੁਐਸਚਨਸ ਦੇ, 10 ਕੁਐਸਚਨਸ ਹੋਣਗੇ ਤੁਹਾਡੀ ਮੇਨ ਕੋਰਸ ਦੀ ਬੁੱਕ ਦੇ ਵਿੱਚੋਂ। ਇਹ ਨੋਟ ਕਰ ਲਓ ਜੀ। ਇਹ ਮੇਨ ਕੋਰਸ ਜਿਹੜਾ ਤੁਹਾਡਾ ਮੇਨ ਕੋਰਸ ਦੀ ਬੁੱਕ ਦੇ ਵਿੱਚੋਂ, ਇਹ ਦੇਖੋ ਤੁਹਾਡੇ ਲੈਸਨ ਜੇ ਹੈਪੀ ਪ੍ਰਿੰਸ, ਵੇਅਰ ਇਜ਼ ਸਾਇੰਸ ਟੇਕਿੰਗ ਅਸ, ਦਾ ਸੀਕ੍ਰੇਟ ਆਫ ਹੈਪੀਨੈਸ। ਤਾਂ ਇਹ 10 ਕੁਐਸਚਨ ਜੀ ਤੁਹਾਨੂੰ ਇਹਦੇ ਵਿੱਚੋਂ ਪੁੱਛੇ ਜਾਣਗੇ। ਠੀਕ ਹੈ ਜੀ। 10 ਕੁਐਸਚਨ ਕਿਸ ਫਾਰਮ ਦੇ ਵਿੱਚ ਹੋਣਗੇ? ਫਿਲ ਇਨ ਦਾ ਬਲੈਂਕਸ ਵੀ ਹੋ ਸਕਦੇ ਨੇ, ਇਹ ਟਰੂ ਫਾਲਸ ਵੀ ਹੋ ਸਕਦਾ ਹੈਗਾ, ਐਂਡ ਮਲਟੀਪਲ ਚੋਇਸ ਕੁਐਸਚਨਸ ਵੀ ਹੋ ਸਕਦੇ ਨੇ। ਮਿਕਸ ਅਪ ਹੋਊਗਾ ਸਾਰਾ। ਬੜੇ ਈਜ਼ੀ ਜਿਹੇ ਟੌਪਿਕ ਨੇ ਕਿ ਤੁਸੀਂ ਈਜ਼ੀਲੀ ਕਰ ਸਕਦੇ ਹੋ। ਸੈਕਸ਼ਨ A ਬੜਾ ਸਕੋਰਿੰਗ ਹੁੰਦਾ ਹੈਗਾ ਕੰਪਰੀਹੈਂਸ਼ਨ ਪੈਸੇਜ ਦਾ, ਸੈਕਸ਼ਨ B ਵੀ ਸਕੋਰਿੰਗ ਹੁੰਦਾ ਹੈ।
अगर असीं सैक्शन सी की गल करिए तो सैक्शन सी दे विच इंग्लिश टैक्सट बुक दे नाल रिलेटेड है तुहाडी मेन कोर्स दे नाल। तो टोटल सैक्शन सी दे 19 मार्क्स होणगे। हुण इहदी गल करदे भी 19 मार्क्स किस तरह डिस्ट्रीब्यूट किए जाणगे। क्वेश्चन नंबर 3 है तुहाडा बेटा, ये शॉर्ट आंसर टाइप क्वेश्चन नेगे, ठीक है जी, शॉर्ट नोट्स जिन्होंने कह दिंदे आ। कोई 3 मार्क जो कि क्वेश्चन तुसीं अटैम्प्ट करने होणगे। टोटल तुहानूं 6 क्वेश्चन जिहड़े कि इन्हां ने दित्ते होणगे, कोई 3 करने होणगे। ये ऑब्जैक्टिव टाइप नहीं हैं, ये प्रॉपर तुहानूं इहदा आंसर 15 to 20 वर्ड्स दे विच देना होवेगा। तुहाडी मेन कोर्स दी बुक दे विचों ये क्वेश्चन सैट किए जाणगे 6 मार्क्स दे, ठीक है जी। 3 क्वेश्चन होणगे, 2 मार्क्स का 1 आंसर होवेगा। 1 क्वेश्चन के 2 मार्क्स होणगे तो 3 के 6 मार्क्स हो जाणगे। अगे मूव करते हैं बेटा क्वेश्चन नंबर 4। तुहाडा जिहड़ा ये सैक्शन है यह पोएट्री दे नाल रिलेटेड होवेगा, ठीक है जी। कोई 2 क्वेश्चन दे तुसीं आंसर देने होणगे, तुहानूं एक स्टैंजा दिता होवेगा, ठीक है जी। तो स्टैंजा तुसीं रीड करना अच्छी तरह, यह स्टैंजा जिहड़ा तुसीं यह रीड करोगे तो इस तो बाद जिहड़े आंसरस होणगे, जिवें फस्ट क्वेश्चन तुहाडा नेम द पोएम एंड इट्स पोएट, ठीक है जी। सैकेंड क्वेश्चन दिता हुआ, थर्ड क्वेश्चन, तो तुसीं कोई इन्हां दे 2 क्वेश्चनस करने ने। इहदी जो एक कोई 2 क्वेश्चन 3 दे विचों अटैम्प्ट करने ने गे। एक जिहड़ा क्वेश्चन होवेगा तुहाडा इहदे 1.5 मार्क का होवेगा, तो मन के चलो तो दोने टोटल 3 मार्क्स दे हो जाणगे। इसे दा फोर्थ का पार्ट बी की होवेगा जी, जिहड़ा फोर्थ का बी पार्ट है ये तुहाडा होवेगा सेंट्रल आइडिया जां पोएम दे नाल रिलेटेड कोई क्वेश्चन, ठीक है। जिवें देखो तुसीं इन्हां ने वट लैसन डू यू लर्न फ्रॉम ए सेंट्रल आइडिया ही हैड एट द लेवल। तो नैक्सट आ करैक्टर ऑफ ए हैप्पी। इत्थे बेटा टाइपिंग मिसटेक हो गई, इन्हां ने करैक्टर ऑफ ए सेंट्रल आइडिया पोएम करैक्टर ऑफ ए हैप्पी, इत्थे परसन आना सीगा, ठीक है जी। तो ये इत्थे किते ना किते इन्हां तों टाइपिंग मिसटेक हो चुकी है जी। तो अगे आप गल करते हैं, तो जो सेंट्रल आइडिया जां लॉन्ग आंसर टाइप क्वेश्चन तुहानूं पोएम दे विचों पुछया जाएगा, वो 4 मार्क्स का होवेगा। दोहां दे विचों कोई एक करना होगा, ठीक है जी। बड़ा ईजी जा हुंदा, नो डाउट। सेंट्रल आइडिया सारे बच्चों ने चंगी तरह याद किए होंगे ने। अगे बढ़ते हैं जी क्वेश्चन नंबर 5 के उपर। हुण ये जिहड़ा क्वेश्चन नंबर 5 आ तुहाडा लिटरेचर बुक दे विचों सप्लीमेंटरी रीडर दे विचों, ठीक है जी। कोई 2 क्वेश्चनस होणगे, तुहानूं 4 क्वेश्चनस दिते होणगे, उन्हां दे विचों तुसीं कोई 2 अटैम्प्ट करने होणगे। एक क्वेश्चन जिहड़ा कि तुहाडा 3 मार्क्स का होवेगा, ठीक है जी। तो 2 क्वेश्चन तुहाडे 6 मार्क्स दे हो जाणगे। ये तुहाडे लैसन दे तुहाडे सामने नेम लिखिया होगा, तो यू हैव टू डू 2 आउट ऑफ 4। नेक्स्ट वी आर गोइंग टू मूव फर्दर। सैक्शन डी। सैक्शन डी इज़ रिलेटेड टू वोकैबलरी, ठीक है जी। वोकैबलरी 4 मार्क्स की होगी। ये की हो डू एज डायरैक्टेड। 6th क्वेश्चन तुहाडा फिल इन द ब्लैंक विद सूटेबल वर्ड। ये तुहाडा सारा वोकैबलरी का सैक्शन आ। 4 ये क्वेश्चन होणगे, 1 मार्क का 1 होगा, तो 4 जिहड़े होणगे तुहाडे वो टोटल 4 मार्क्स के हो जाणगे। ये तुहानूं ईडीएम भी पूछा जा सकता है, तो जो भी तुहाडा ना करैक्ट सेंटेंस करैक्शन भी आ सकती है, तुहानूं 1 वर्ड, ठीक है। सबसटीट्यूशन जिन्होंने कह दिंदे आ वो भी आ सकता। ये नेक्स्ट वी आर गोइंग टू मूव फर्दर। 7th क्वेश्चन दैट इज़ सैक्शन ई। सैक्शन ई दे विच तुहाडा ग्रामर एंड कंपोजिशन आ गया। लास्ट सैक्शन में भी तुहाडे इसका पेपर का होगा, तो 32 मार्क्स का टोटल होगा। आप इस दे नंबरों की डिवीजन देखते हैं। फस्ट ऑफ ऑल तुहानूं ट्रांसलेशन आएगी, कोई 3 करने होणगे तुसीं बेटा। इहदे विच तुहानूं इन्हां ने यह 5 दिते हुए ने, ठीक है। 5 सेंटेंसिस दे विचों कोई 3 सेंटेंस तुसीं अटैम्प्ट करने ने। इंग्लिश के सेंटेंसिस नूं पंजाबी दे विच ट्रांसलेट करना गा, ते तुहानूं अगे 4 हर एक दे ऑप्शन दिते हुए ने, ठीक है जी। MCQs ने यह एक तरह नाल, ठीक है। एक सेंटेंस दिता, अगे उहदे 4 तुहानूं की ऑप्शन दिते ने, तुसीं एक करैक्ट ऑप्शन नूं चूज करना गा, ठीक है जी। तो ये 3 मार्क्स के हो जाणगे। तो ये है कि ने गे इंग्लिश टू पंजाबी, ठीक है जी। इंग्लिश टू पंजाबी दे नेगे ये वाले। नैक्सट 7th का बी पार्ट की गल करिए तो ये भी ट्रांसलेशन दे विचों ही हैं।
ਤਾਂ ਇਹ ਟਰਾਂਸਲੇਸ਼ਨ ਤੁਹਾਡੀ ਹੈ ਜੋ ਪੰਜਾਬੀ ਟੂ ਇੰਗਲਿਸ਼, ਠੀਕ ਹੈ ਜੀ, ਇਹ ਪੰਜਾਬੀ ਟੂ ਇੰਗਲਿਸ਼ ਹੈ। ਇਹ ਤੁਹਾਡੇ 5 ਜੋ ਕਿ ਸੈਂਟੈਂਸਸ ਨੇ, 5 ਸੈਂਟੈਂਸਸ ਨੂੰ ਤੁਸੀਂ ਇਹਦੇ ਵਿੱਚੋਂ ਕੋਈ 3 ਜੋ ਕਿ ਪੰਜਾਬੀ ਟੂ ਇੰਗਲਿਸ਼ ਬਣਾਉਣੀ ਹੈ। ਜੋ ਕਿ ਇੱਕ ਨੋਟ ਕਰ ਲਓ ਸਾਰੇ ਬੱਚੇ, ਤੁਹਾਨੂੰ ਪਤਾ ਹੀ ਹੋਵੇਗਾ ਜੋ ਤੁਹਾਡੀ ਇਹ ਵਾਲੀ ਟਰਾਂਸਲੇਸ਼ਨ ਹੈ ਇੰਗਲਿਸ਼ ਟੂ ਪੰਜਾਬੀ, ਇਹ ਤੁਹਾਡੇ ਮੇਨ ਕੋਰਸ ਦੇ ਵਿੱਚੋਂ ਹੀ ਜੋ ਸੈਂਟੈਂਸਸ ਨੇ, ਠੀਕ ਹੈ, ਮੇਨ ਕੋਰਸ ਦੀ ਬੁੱਕ ਦੇ ਵਿੱਚੋਂ ਇਹ ਲੈ ਜਾਂਦੇ ਨੇਗੇ। ਬਟ ਜਿਹੜੇ ਇਹ ਵਾਲੇ ਸੈਂਟੈਂਸਸ ਨੇ ਇਹ 100 ਜੋ ਕਿ ਤੁਹਾਡੀ ਟਰਾਂਸਲੇਸ਼ਨਸ ਦੇ ਨੇਗੇ, ਠੀਕ ਆ ਜੀ, ਉਹਨਾਂ ਦੇ ਵਿੱਚੋਂ ਇਹ ਲੈਤੇ ਜਾਂਦੇ ਨੇਗੇ ਜੀ। ਤਾਂ ਆਈ ਹੋਪ ਦੈਟ ਯੂ ਆਲ ਅੰਡਰਸਟੈਂਡ ਵੈਰੀ ਵੈਲ। ਅੱਗੇ ਆਪਾਂ ਜੇ ਗੱਲ ਕਰੀਏ ਡੂ ਐਜ਼ ਡਾਇਰੈਕਟਡ, 8th ਕੁਐਸਚਨ ਦੀ ਗੱਲ ਕਰਦੇ ਹਾਂ ਜੀ ਅਸੀਂ, ਡੂ ਐਜ਼ ਡਾਇਰੈਕਟਡ। ਤਾਂ ਇਹ ਤੁਹਾਡੇ 8th ਕੁਐਸਚਨ ਦੇ 10 ਮਾਰਕਸ ਦਾ, ਠੀਕ ਹੈ ਜੀ, ਡੂ ਐਜ਼ ਡਾਇਰੈਕਟਡ ਹਨ। ਫਿਲ ਇਨ ਦਾ ਬਲੈਂਕ ਵਿਦ ਸੂਟੇਬਲ ਡਿਟਰਮੀਨਰ, ਠੀਕ ਹੈ ਜੀ, ਤਾਂ ਇਹ 2 ਮਾਰਕਸ ਨੇ ਕਿਉਂਕਿ 2 ਫਿਲ ਇਨ ਦਾ ਬਲੈਂਕਸ 2 ਫਿਲ ਕਰਨੀਆਂ ਨੇ। ਤਾਂ ਇਸ ਤਰ੍ਹਾਂ ਇਹ ਤੁਸੀਂ ਸਾਰੀ ਗ੍ਰਾਮਰ ਆ ਤੁਹਾਡੀ ਇਹ ਵੀ MCQs ਦੀ ਫਾਰਮ ਦੇ ਵਿੱਚ ਹੀ ਹੋਵੇਗੀ ਤੁਹਾਨੂੰ, ਠੀਕ ਹੈ ਜੀ, MCQs ਦੀ ਫਾਰਮ ਦੇ ਵਿੱਚ ਜਿਹੜੀ ਕਿ ਤੁਹਾਡੀ ਇਹ ਗ੍ਰਾਮਰ ਹੈ ਤੁਹਾਨੂੰ ਦਿੱਤੀ ਹੋਈ ਹੈ। ਇਸ ਤੋਂ ਬਾਅਦ ਕੁਐਸਚਨ 9 ਦੀ ਗੱਲ ਕਰੀਏ ਤਾਂ ਇਹ ਤੁਹਾਡਾ ਜਿਹੜਾ 9th ਕੁਐਸਚਨ ਹੈ ਇਹ ਬੇਟਾ ਐਡਵਰਟੀਜ਼ਮੈਂਟ ਤੁਹਾਨੂੰ ਦਿੱਤੀ ਹੋਈ ਆ, ਠੀਕ ਹੈ ਜੀ, ਜਾਂ ਇਹਨਾਂ ਨੇ ਤੁਹਾਨੂੰ ਦਿੱਤਾ ਹੈਗਾ ਨੋਟਿਸ ਰਾਈਟਿੰਗ, ਠੀਕ ਹੈ ਜੀ। ਇਹ ਟੋਟਲ 4 ਮਾਰਕਸ ਦਾ ਹੈ, ਤੁਸੀਂ ਕੋਈ ਇੱਕ ਇਹਦੇ ਵਿੱਚੋਂ ਅਟੈਂਪਟ ਕਰਨਾ ਹੈ ਦੋਹਾਂ ਦੇ ਵਿੱਚੋਂ। ਹੁਣ ਇੱਥੇ ਨਾ ਇੱਕ ਸਾਰੇ ਬੱਚੇ ਧਿਆਨ ਦਿਓ, ਇਸ ਜਿਹੜੇ ਕਿ ਇੰਪੋਰਟੈਂਟ ਇਹਦੇ ਬਾਰੇ ਨੋਟ ਕਰਨ ਵਾਲੀ ਆ। ਇਹ ਅਸਲ ਵਿੱਚ ਤੁਹਾਨੂੰ ਕੋਈ ਜ਼ਰੂਰੀ ਨਹੀਂ ਵੀ ਐਡਵਰਟੀਜ਼ਮੈਂਟ ਦੇ ਵਿੱਚੋਂ ਜਾਂ ਨੋਟਿਸ ਦੇ ਵਿੱਚੋਂ ਹੀ ਵੀ ਨੋਟਿਸ ਜਾਂ ਐਡਵਰਟਾਈਜ਼ਮੈਂਟ ਹੀ ਆਵੇਗਾ। ਇਹ ਟੋਟਲ 4 ਟੌਪਿਕਸ ਨੇਗੇ। ਉਹ ਕਿਹੜੇ ਕਿਹੜੇ ਨੇ ਦੇਖੋ, ਇੱਕ ਤਾਂ ਹੈ ਤੁਹਾਡਾ ਮੈਸੇਜ ਰਾਈਟਿੰਗ, ਠੀਕ ਹੈ ਜੀ, ਇੱਕ ਦੂਸਰਾ ਟੌਪਿਕ ਹੈ ਤੁਹਾਡਾ ਇਹ ਵਾਲਾ ਐਡਵਰਟੀਜ਼ਮੈਂਟ, ਤੀਸਰਾ ਟੌਪਿਕ ਹੈ ਤੁਹਾਡਾ ਨੋਟਿਸ ਰਾਈਟਿੰਗ, ਤੇ 4th ਟੌਪਿਕ ਹੈ ਤੁਹਾਡਾ ਨੋਟ ਮੇਕਿੰਗ। ਠੀਕ ਹੈ ਜੀ, ਇਹ 4 ਟੌਪਿਕਸ ਨੇ। ਕੋਈ 2 ਟੌਪਿਕਸ ਚੱਕ ਲੈਣਗੇ ਤੁਹਾਡੇ ਐਗਜ਼ਾਮੀਨਰ ਜੋ ਪੇਪਰ ਸੈਟਰ ਹੋਵੇਗਾ, ਤੇ ਦੋਹਾਂ ਦੇ ਵਿੱਚੋਂ ਕੋਈ ਇੱਕ ਕਰਨ ਨੂੰ ਕਹੇਗਾ ਤੁਹਾਨੂੰ, ਠੀਕ ਹੈ ਜੀ। ਇਹ 4 ਮਾਰਕਸ ਦਾ ਹੋਵੇਗਾ। ਤਾਂ 4 ਟੌਪਿਕਸ ਤੁਹਾਨੂੰ ਪ੍ਰਿਪੇਅਰ ਕਰਨੇ ਪੈਣਗੇ ਇਹ, ਤਾਂ ਕਿ ਤੁਸੀਂ ਇੱਕ ਅੱਛਾ ਸਕੋਰ ਕਰ ਸਕੋ। ਤਾਂ 9th ਦੇ 20 ਦੀ ਕੁਐਸਚਨ ਦੀ ਗੱਲ ਕਰੀਏ ਤਾਂ ਤੁਹਾਨੂੰ ਪੈਰਾਗ੍ਰਾਫ ਹੋਵੇਗਾ ਜੀ ਇਹ, ਠੀਕ ਹੈ। ਆਊਟਲਾਈਨ ਪੈਰਾਗ੍ਰਾਫ ਦੀ ਤੁਹਾਨੂੰ ਅੱਗੇ ਦਿੱਤੀ ਹੋਵੇਗੀ, ਉਸ 'ਤੇ ਇੱਕ ਪੈਸੇਜ ਡਿਵੈਲਪ ਕਰਨਾ ਹੋਵੇਗਾ। ਬੜਾ ਈਜ਼ੀ ਟੌਪਿਕ ਹੁੰਦਾ ਇਹ, 5 ਮਾਰਕਸ ਬੇਟਾ ਇਹ ਤੁਸੀਂ ਬੜੀ ਈਜ਼ੀਲੀ ਲੈ ਸਕਦੇ ਹੋ। ਨੈਕਸਟ ਇਹਦੇ 6 ਕੁਐਸਚਨ 'ਤੇ ਮੂਵ ਕਰਦੇ ਹਾਂ। ਤਾਂ ਇਹ ਤੁਹਾਡਾ ਹੁੰਦਾ ਹੈਗਾ ਜੀ ਲੈਟਰ ਰਾਈਟਿੰਗ ਦਾ ਆ ਜਾਂਦਾ ਹੈਗਾ ਤੁਹਾਨੂੰ। ਪਰਸਨਲ ਲੈਟਰ, ਅਫੀਸ਼ੀਅਲ ਲੈਟਰਸ ਇਹ ਹੈਗੇ ਨੇ ਤੁਹਾਡੀ ਬੁੱਕ ਦੇ ਵਿੱਚ। ਜਿਸ ਤਰ੍ਹਾਂ ਦੇਖੋ, ਫਸਟ ਜੋ ਤੁਹਾਡਾ ਆਵੇਗਾ ਉਹ ਪਰਸਨਲ ਲੈਟਰ ਹੈ। ਯੋਰ ਫਾਦਰ ਇਜ਼ ਹੂ ਇਜ਼ ਅਵੇ ਔਨ ਏ ਲੌਂਗ ਟੂਰ ਗਿਵਿੰਗ ਹਿਮ ਹੋਮ ਨਿਊਜ਼। ਇਹਦੇ ਵਿੱਚ ਇਸ ਦੇ ਵਿੱਚ ਇੱਕ ਹੋਰ ਆਪਸ਼ਨ ਤੁਹਾਨੂੰ ਨਾਲ ਦਿੱਤੀ ਜਾਵੇਗੀ, ਇਹ ਤੁਹਾਡਾ ਅਫੀਸ਼ੀਅਲ ਲੈਟਰ ਹੈ, ਬਿਜ਼ਨਸ ਲੈਟਰ ਜਿਹਨੂੰ ਆਪਾਂ ਕਹਿ ਸਕਦੇ ਹਾਂ, ਠੀਕ ਹੈ ਜੀ। ਤਾਂ ਟੋਟਲ 7 ਮਾਰਕਸ ਦਾ ਇਹ ਤੁਹਾਡਾ ਲੈਟਰ ਹੋਵੇਗਾ। ਬਹੁਤ ਇੱਕ ਸਕੋਰਿੰਗ ਟੌਪਿਕ ਹੈ, ਤਾਂ ਯੂ ਕੈਨ ਡੂ ਇਟ ਵੈਰੀ ਈਜ਼ਲੀ। ਸੋ ਡੀਅਰ ਸਟੂਡੈਂਟਸ, ਤੇ ਲਾਸਟ ਤੇ ਇਹ ਟੋਟਲ ਅਗਰ ਕਰੀਏ ਤਾਂ 75 ਮਾਰਕਸ ਜਿਹੜੇ ਕਿ ਸਾਡੇ ਇਹ ਬਣ ਜਾਂਦੇ ਨੇਗੇ। ਪਲੱਸ ਜੋ 5 ਮਾਰਕਸ ਨੇ ਤੁਹਾਡੇ ਉਹ ਤੁਹਾਡੇ ਹੈਗੇ ਨੇਗੇ ਗੁੱਡ ਹੈਂਡ ਰਾਈਟਿੰਗ ਦੇ, ਗੁੱਡ ਹੈਂਡ ਰਾਈਟਿੰਗ। ਤਾਂ ਇਹਦੇ 5 ਮਾਰਕਸ ਵਿੱਚ ਜੋੜ ਕੇ ਟੋਟਲ 80 ਮਾਰਕਸ ਦਾ ਜੋ ਕਿ ਤੁਹਾਡਾ ਥਿਊਰੀ ਦਾ ਪੇਪਰ ਬਣ ਜਾਂਦਾ ਹੈ। ਸੋ ਡੀਅਰ ਸਟੂਡੈਂਟ, ਗੁੱਡ ਹੈਂਡ ਰਾਈਟਿੰਗ ਦਾ ਇਹ ਆ ਜਾਂਦਾ ਹੈ ਕਿ ਤੁਸੀਂ ਪੇਪਰ ਨੂੰ ਕਿੰਨਾ ਕੁ ਸਾਫ ਸੁਥਰਾ ਕਰਦੇ ਹੋ, ਲਾਈਨਿੰਗ ਵਗੈਰਾ ਪ੍ਰੋਪਰ, ਇੱਕ ਸਪੇਸ ਜਿਵੇਂ ਕੁਐਸਚਨ ਕਰਨ ਤੋਂ ਬਾਅਦ ਇੱਕ ਲਾਈਨ ਛੱਡਦੇ ਹੋ ਜਾਂ ਨਹੀਂ ਛੱਡਦੇ ਹੋ, ਹਾਸ਼ੀਆ ਵਗੈਰਾ ਚੰਗੀ ਤਰ੍ਹਾਂ ਲਗਾਉਂਦੇ ਹੋ ਜਾਂ ਨਹੀਂ ਲਗਾਉਂਦੇ, ਜ਼ਿਆਦਾ ਕਟਿੰਗ, ਜ਼ਿਆਦਾ ਸਪੈਲਿੰਗ ਮਿਸਟੇਕਸ, ਜ਼ਿਆਦਾ ਗ੍ਰਾਮਰ ਮਿਸਟੇਕਸ, ਉਹ ਸਾਰਾ ਕੁਝ ਜਿਹੜਾ ਕਿ ਤੁਹਾਡੀ 5 ਮਾਰਕਸ ਗੁੱਡ ਹੈਂਡ ਰਾਈਟਿੰਗ ਦੇ ਵਿੱਚ ਕਾਊਂਟ ਕੀਤਾ ਜਾਊਗਾ। ਜਿੰਨਾ ਅੱਛਾ ਤੁਸੀਂ ਪੇਪਰ ਕਰੋਗੇ ਉਨਾ ਹੀ ਵਧੀਆ ਤੁਹਾਡਾ ਇਹ ਤੁਹਾਨੂੰ ਮਾਰਕਸ ਦਿੱਤੇ ਜਾਣਗੇ। ਸੋ ਆਈ ਹੋਪ ਦੈਟ ਯੂ ਆਲ ਅੰਡਰਸਟੈਂਡ ਇਟ ਵੈਰੀ ਵੈਲ। ਸੋ ਡੀਅਰ ਸਟੂਡੈਂਟਸ, ਥੈਂਕ ਯੂ ਐਂਡ ਹੈਵ ਅ ਨਾਈਸ ਡੇ। ਹਾਂਜੀ ਬੱਚਿਓ, ਇੱਕ ਸਾਰੇ ਵਿਦਿਆਰਥੀ ਇਹ ਗੱਲ ਨੋਟ ਕਰੋ ਜੀ, ਜੋ ਤੁਹਾਡੀ ਟਰਾਂਸਲੇਸ਼ਨ ਹੈ ਪੰਜਾਬੀ ਟੂ ਇੰਗਲਿਸ਼,
ਇਹ 100 ਸੈਂਟੈਂਸਸ ਨਹੀਂ ਹਨ, ਇਹ ਤੁਹਾਡੇ 1 to 70 ਸੈਂਟੈਂਸਸ ਹਨ। ਤਾਂ 1 to 70 ਸੈਂਟੈਂਸਸ ਤੁਸੀਂ ਆਪਣੇ ਪੇਪਰ ਦੇ ਲਈ ਪ੍ਰਪੇਅਰ ਕਰਨੇ ਹਨ। ਜੋ 30 ਸੈਂਟੈਂਸਸ ਸੀਗੇ ਉਹ ਤੁਹਾਡੇ 71 to 100 ਇਹਨਾਂ ਨੂੰ ਡਿਲੀਟ ਕੀਤਾ ਜਾ ਚੁੱਕਾ ਹੈ ਨਿਊ ਸਿਲੇਬਸ ਦੇ ਵਿੱਚ। ਠੀਕ ਹੈ ਜੀ। ਤਾਂ 1 to 70 ਸੈਂਟੈਂਸਸ ਦੇ ਵਿੱਚੋਂ ਤੁਹਾਨੂੰ ਇਹ ਟਰਾਂਸਲੇਸ਼ਨ ਤੁਹਾਨੂੰ ਪੇਪਰ ਦੇ ਵਿੱਚ ਵੇਖਣ ਨੂੰ ਮਿਲੇਗੀ। ਸੋ ਵਧੀਆ ਤਿਆਰੀ ਤੇ ਕਰੋ। ਆਲ ਦੀ ਬੈਸਟ। ਥੈਂਕਸ ਐਂਡ ਹੈਵ ਅ ਨਾਈਸ ਡੇ।